ਕਹਿੰਦੇ ਹਨ ਔਰਤ ਹੀ ਘਰ ਦੀ ਲਕਸ਼ਮੀ ਹੁੰਦੀ ਹੈ। ਉਹ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ ਅਤੇ ਚਾਹੇ ਤਾਂ ਨਰਕ। ਇਹ ਸੋਚਦੇ ਹੋਏ ਹੀ ਉਹ ਰੋ ਪੈਂਦੀ ਹਨ ਕਿ ਇਸ ਦਿਨ ਲਈ ਪੁੱਤਾਂ ਨੂੰ ਲਾਡ ਪਿਆਰ ਨਾਲ ਪਾਲਿਆ ਸੀ, ਲੱਖਾਂ ਖਰਚ ਕਰਕੇ ਪੁੱਤਾਂ ਨੂੰ ਪੜ੍ਹਾਇਆ ਲਿਖਾਇਆ ਸੀ, ਵਿਆਹ ਕੀਤਾ ਸੀ ਉਹਨਾਂ ਦਾ। ਆਪਣੇ ਕੰਮ ਅਤੇ ਪਤਨੀਆਂ ਦੇ ਪਿਆਰ ਵਿੱਚ ਇੰਨਾ ਗਵਾਚ ਗਏ ਹਨ ਕਿ ਮਾਂ ਦਾ ਦਿੱਤਾ ਗਿਆ ਪਿਆਰ ਵੀ ਯਾਦ ਨਹੀਂ ਆਉਂਦਾ। ਸੋਚ ਕੇ ਉਹਨਾਂ ਦਾ ਦਿਲ ਭਰ ਆਉਂਦਾ। ਲਗਭਗ 75 ਸਾਲ ਦੀ ਬੁੱਢੀ ਅੰਮਾ ਆਪਣੇ ਕਮਰੇ ਦੇ ਦਰਵਾਜ਼ੇ ਦੀ ਪੌੜੀ ਪਰ ਕੁਝ ਉਦਾਸ ਭਾਵ ਨਾਲ ਬੈਠੀ ਹੋਈ ਸੀ। ਲਗਾਤਾਰ ਰਸੋਈ ਘਰ ਦੀ ਤਰਫ ਦੇਖ ਰਹੀ ਸੀ। ਛੋਟੀ ਨੂੰ ਆਪਣੇ ਪਤੀ ਅਤੇ ਬੱਚਿਆਂ ਲਈ ਖਾਣਾ ਲੈ ਕੇ ਜਾ ਰਹੀ ਸੀ। ਉਹਨਾਂ ਦੇ ਸਾਹਮਣੇ ਪੁਰਾਣੀ ਜਿਹੀ ਟੇਢੀ ਮੇਢੀ ਸਟੀਲ ਦੀ ਪਲੇਟ ਰੱਖੀ ਸੀ ਅਤੇ ਨਾਲ ਹੀ ਪਾਣੀ ਪੀਣ ਦੇ ਲਈ ਲੋਟਾ ਪਿਆ ਸੀ। ਬੱਚੇ ਖਾਣਾ ਖਾਂਦੇ ਹਨ, ਨੂੰ ਮੇਰੇ ਲਈ ਵੀ ਲੈ ਕੇ ਆਉਂਦੀ ਹੋਵੇਗੀ। ਖੁਸ਼ਬੂ ਤਾਂ ਚੰਗੀ ਆ ਰਹੀ ਹੈ, ਨਾ ਜਾਣੇ ਕਿਆ ਬਣਾਇਆ ਹੋਵੇਗਾ। ਸੋਚਦੇ ਅੰਮਾ ਦੀ ਅੱਖ ਲੱਗ ਗਈ। ਲੋਟੇ ਵਿੱਚ ਪਾਣੀ ਪਾਉਣ ਦੀ ਆਵਾਜ਼ ਆਈ ਤਾਂ ਅੰਮਾ ਦੀ ਅੱਖ ਖੁੱਲ੍ਹੀ। ਦੇਖਿਆ ਛੋਟੀ ਨੂੰ ਉਹੀ ਸੁੱਕੀ ਰੋਟੀ ਅਤੇ ਉਬਲੀ ਦਾਲ ਪਲੇਟ ਵਿੱਚ ਪਾ ਰਹੀ ਸੀ। ਕੁਝ ਸਵਾਦਿਸ਼ਟ ਖਾਣੇ ਦੀ ਇੱਛਾ ਤੋਂ ਅੰਮਾ ਦੇ ਚਿਹਰੇ ਪਰ ਜੋ ਥੋੜ੍ਹੀ ਜਿਹੀ ਮੁਸਕਾਨ ਆਈ ਸੀ, ਵਾਪਿਸ ਉਦਾਸੀ ਵਿੱਚ ਤਬਦੀਲ ਹੋ ਗਈ। ਫਿਰ ਪੁੱਛ ਬੈਠੀ ਜਾਂ ਸ਼ਾਇਦ ਗਲਤੀ ਹੀ ਕਰ ਬੈਠੀ, ਨੂੰ ਬੱਚਿਆਂ ਦੇ ਲਈ ਕਿਆ ਬਣਾਇਆ ਹੈ? ਬੱਚੇ ਤਾਂ ਉਬਲੀ ਦਾਲ ਨਹੀਂ ਖਾਂਦੇ, ਕੁਝ ਹੋਰ ਵੀ ਬਣਾਇਆ ਹੈ ਤਾਂ ਮੈਨੂੰ ਵੀ ਦੇ ਦਿਓ। ਬੱਚਿਆਂ ਦੇ ਲਈ ਵੀ ਇਹੀ ਬਣਾਇਆ ਹੈ, ਜੋ ਮਿਲਦਾ ਹੈ ਚੁੱਪ ਕਰਕੇ ਖਾ ਲਵੋ। ਇਸ ਉਮਰ ਵਿੱਚ ਚਟਕਰੇ ਹੀ ਸੁੱਝਦੇ ਹਨ ਤੁਹਾਨੂੰ। ਛੋਟੀ ਨੂੰ ਨੇ ਨੱਕ ਚਿੜਾ ਕੇ ਬੋਲੀ। ਇੰਨੇ ਵਿੱਚ ਅੰਦਰ ਤੋਂ ਪੋਤੇ ਦੀ ਆਵਾਜ਼ ਆਈ, ਮਾਂ ਪਨੀਰ ਦੀ ਸਬਜ਼ੀ ਥੋੜ੍ਹੀ ਹੋਰ ਤਾਂ ਦੇਣਾ, ਬਹੁਤ ਸਵਾਦ ਬਣੀ ਹੈ। ਸੁਣਦੇ ਹੀ ਨੂੰਹ ਦਾ ਚਿਹਰਾ ਫਿੱਕਾ ਪੈ ਗਿਆ, ਪਰ ਉਸ ਤੋਂ ਇੰਨਾ ਨਾ ਹੋਇਆ ਕਿ ਥੋੜ੍ਹੀ ਜਿਹੀ ਸਬਜ਼ੀ ਲਿਆ ਕੇ ਅੰਮਾ ਨੂੰ ਵੀ ਦੇ ਦੇਵੇ। ਅੰਮਾ ਬੜੇ ਉਦਾਸ ਮਨ ਨਾਲ ਇੱਕ ਹੱਥ ਵਿੱਚ ਪਲੇਟ ਅਤੇ ਦੂਸਰੇ ਹੱਥ ਵਿੱਚ ਲੋਟਾ ਅਤੇ ਛੜੀ ਲੈ ਕੇ ਕਿਸੇ ਤਰ੍ਹਾਂ ਚੱਲਦੀ ਹੋਈ ਕਮਰੇ ਵਿੱਚ ਰੱਖੀ ਚਾਰਪਾਈ ਪਰ ਆ ਕੇ ਬੈਠ ਗਈ। ਸੁੱਕੀ ਰੋਟੀ ਨੂੰ ਕਿਸੇ ਤਰ੍ਹਾਂ ਨਿਗਲਦੇ ਹੋਏ ਆਪਣੇ ਅਤੀਤ ਦੀ ਦੁਨੀਆ ਵਿੱਚ ਗੁਆਚ ਗਈ। ਅੰਮਾ ਜਾਨੀ ਵਿਦਿਆ ਦੇਵੀ ਦੇ ਪਤੀ ਰਾਮ ਸ਼ਰਨ ਜੀ ਦਾ ਬਹੁਤ ਚੰਗਾ ਖੇਤੀਬਾੜੀ ਦਾ ਕੰਮ ਹੋਇਆ ਕਰਦਾ ਸੀ। ਘਰ ਵਿੱਚ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ। ਅੰਮਾ ਯਾਦ ਕਰਨ ਲੱਗੀ, ਜਦ ਵੱਡਾ ਪੁੱਤ ਵਿਕਾਸ ਪੈਦਾ ਹੋਇਆ ਸੀ ਤਾਂ ਰਾਮ ਸ਼ਰਨ ਜੀ ਨੇ ਪੂਰੇ ਨਗਰ ਵਿੱਚ ਲੱਡੂ ਵੰਡੇ ਸੀ ਅਤੇ ਦੂਜੇ ਪੁੱਤ ਸੁਨੀਲ ਦੇ ਪੈਦਾ ਹੋਣੇ ਪਰ ਤਾਂ ਬਹੁਤ ਸ਼ਾਨਦਾਰ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਸੀ। ਪਰ ਜਦ ਬੇਟੀ ਸੀਮਾ ਪੈਦਾ ਹੋਈ ਤਾਂ ਕਿਸੇ ਨੂੰ ਕੁਝ ਖਾਸ ਖੁਸ਼ੀ ਨਹੀਂ ਹੋਈ ਸੀ। ਸਭ ਲੋਕ ਇਹੀ ਸੋਚਦੇ ਕਿ ਤੀਜਾ ਵੀ ਪੁੱਤ ਹੁੰਦਾ ਤਾਂ ਜ਼ਿਆਦਾ ਚੰਗਾ ਸੀ। ਆਖਿਰ ਪੁੱਤ ਜਿੰਨੇ ਵੀ ਹੋਣ ਘੱਟ ਹੀ ਲੱਗਦੇ ਹਨ। ਪੁੱਤਾਂ ਨੂੰ ਵੱਡੇ ਹੁੰਦੇ ਦੇਖ ਰਾਮ ਸ਼ਰਨ ਜੀ ਨੇ ਉਹਨਾਂ ਦੇ ਲਈ ਕਾਰੋਬਾਰ ਸ਼ੁਰੂ ਕਰਨੇ ਦਾ ਸੋਚਿਆ। ਆਪਣੀ ਖੇਤੀਬਾੜੀ ਹੀ ਬਹੁਤ ਵਧੀਆ ਚੱਲ ਰਹੀ ਹੈ ਤਾਂ ਕਾਰੋਬਾਰ ਸ਼ੁਰੂ ਕਰਨੇ ਦੀ ਕਿਆ ਜ਼ਰੂਰਤ ਹੈ? ਕਹਿੰਦੇ ਹੋਏ ਜਦ ਵਿਦਿਆ ਦੇਵੀ ਨੇ ਇਤਰਾਜ਼ ਕੀਤਾ ਤਾਂ ਰਾਮ ਸ਼ਰਨ ਜੀ ਕਹਿਣ ਲੱਗੇ, ਬੱਚਿਆਂ ਦੇ ਭਵਿੱਖ ਬਾਰੇ ਵਿੱਚ ਅੱਜ ਕੁਝ ਸੋਚਾਂਗੇ ਤਾਂ ਕੱਲ੍ਹ ਕੁਝ ਬਣ ਪਾਉਣਗੇ ਅਤੇ ਫਿਰ ਅੱਜ ਕੱਲ੍ਹ ਦੇ ਬੱਚੇ ਖੇਤੀਬਾੜੀ ਵਿੱਚ ਜ਼ਿਆਦਾ ਰੁਚੀ ਨਹੀਂ ਰੱਖਦੇ। ਕਾਰੋਬਾਰ ਖੁਸ਼ੀ ਨਾਲ ਸੰਭਾਲਣਗੇ। ਦੇਖਦੇ ਹੀ ਦੇਖਦੇ ਉਹਨਾਂ ਦਾ ਕਾਰੋਬਾਰ ਖੂਬ ਚੱਲਣ ਲੱਗਾ ਅਤੇ ਚੰਗੀ ਕਮਾਈ ਹੋਣ ਲੱਗੀ। ਤਿੰਨਾਂ ਬੱਚਿਆਂ ਨੂੰ ਉਹਨਾਂ ਨੇ ਚੰਗੇ ਸਕੂਲ ਵਿੱਚ ਪੜ੍ਹਾਇਆ ਅਤੇ ਉਚੇਰੀ ਸਿੱਖਿਆ ਦੇਣ ਦੇ ਲਈ ਸ਼ਹਿਰ ਵਿੱਚ ਭੇਜਿਆ। ਪੜ੍ਹਾਈ ਪੂਰੀ ਕਰਨੇ ਦੇ ਬਾਅਦ ਦੋਵੇਂ ਪੁੱਤ ਪਿਤਾ ਦਾ ਸਾਥ ਦੇਣ ਕਾਰੋਬਾਰ ਵਿੱਚ ਆ ਗਏ। ਬੇਟੀ ਦੀ ਪੜ੍ਹਾਈ ਪੂਰੀ ਹੋਣੇ ਪਰ ਸਮੇਂ ਰਹਿੰਦੇ ਹੀ ਉਸਦਾ ਵਿਆਹ ਚੰਗੇ ਪਰਿਵਾਰ ਵਿੱਚ ਕਰ ਦਿੱਤਾ ਗਿਆ ਅਤੇ ਉਸਦੇ ਕੁਝ ਸਮੇਂ ਬਾਅਦ ਰਾਮ ਸ਼ਰਨ ਜੀ ਦੀ ਦੂਰ ਦੀ ਰਿਸ਼ਤੇਦਾਰੀ ਵਿੱਚ ਹੀ ਇੱਕ ਕੁੜੀ ਨਾਲ ਵੱਡੇ ਪੁੱਤ ਵਿਕਾਸ ਦਾ ਵੀ ਰਿਸ਼ਤਾ ਕਰ ਦਿੱਤਾ ਗਿਆ। ਛੋਟਾ
ਪੁੱਤ ਸੁਨੀਲ ਆਪਣੇ ਨਾਲ ਹੀ ਪੜ੍ਹਨ ਵਾਲੀ ਇੱਕ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤਾਂ ਕੁਝ ਇਤਰਾਜ਼ ਦੇ ਬਾਅਦ ਉਸ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ। ਦੋਵੇਂ ਹੀ ਪੁੱਤ ਬਹੁਤ ਆਗਿਆਕਾਰੀ ਸੀ ਅਤੇ ਨੂੰਹਾਂ ਵੀ ਆਪਣੇ ਸੱਸ ਸਸੁਰ ਦੇ ਹੁਕਮ ਨੂੰ ਸਰ ਆਖੋਂ ਪਰ ਰੱਖਦੀ ਸੀ। ਪੂਰਾ ਪਰਿਵਾਰ ਸੁੱਖ ਨਾਲ ਰਹਿ ਰਿਹਾ ਸੀ। ਵਿਦਿਆ ਜੀ ਅਤੇ ਰਾਮਸ਼ਰਨ ਜੀ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ, ਪਰ ਕਹਿੰਦੇ ਹੈ ਨਾ, ਕਦੀ-ਕਦੀ ਖੁਸ਼ੀਆਂ ਨੂੰ ਆਪਣੀ ਹੀ ਨਜ਼ਰ ਲੱਗ ਜਾਂਦੀ ਹੈ। ਕੁਝ ਸਮੇਂ ਬਾਅਦ ਹੀ ਕਾਰੋਬਾਰ ਵਿੱਚ ਘਾਟਾ ਹੋਣਾ ਸ਼ੁਰੂ ਹੋ ਗਿਆ। ਰਾਮਸ਼ਰਨ ਜੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਗਲਤੀ ਕਿੱਥੇ ਹੋਈ। ਜਾਂਚ ਪੜਤਾਲ ਕਰਨੇ ਦੇ ਬਾਅਦ ਪਤਾ ਚੱਲਿਆ ਕਿ ਦੋਵੇਂ ਹੀ ਪੁੱਤ ਉਹਨਾਂ ਤੋਂ ਲੁਕ ਕੇ ਕਾਰੋਬਾਰ ਵਿੱਚ ਤੋਂ ਆਪਣੀ ਮਨਮਰਜ਼ੀ ਦਾ ਪੈਸਾ ਕੱਢ ਰਹੇ ਸੀ। ਸੋਚਿਆ ਕਿ ਕਿਸੇ ਨੂੰ ਕਿਆ ਪਤਾ ਲੱਗੇਗਾ ਜੇਕਰ ਥੋੜ੍ਹਾ ਪੈਸਾ ਕੱਢ ਵੀ ਲਿੱਤਾ ਤਾਂ। ਇਹ ਜਾਣ ਕੇ ਕਿ ਆਪਣੇ ਹੀ ਦੋਵੇਂ ਪੁੱਤ ਦੋਵੇਂ ਹੱਥਾਂ ਨਾਲ ਕਾਰੋਬਾਰ ਵਿੱਚ ਚੂਨਾ ਲਗਾ ਰਹੇ ਸੀ, ਰਾਮਸ਼ਰਨ ਜੀ ਨੂੰ ਝਟਕਾ ਜਿਹਾ ਲੱਗਾ। ਪੁੱਤਾਂ ਦੁਆਰਾ ਕੀਤੀ ਗਈ ਇਹ ਹਰਕਤ ਪਿਤਾ ਦੇ ਅਸੂਲਾਂ ਪਰ ਨਾਗਵਾਰ ਗੁਜ਼ਰੀ। ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ। ਵਿਦਿਆ ਦੇਵੀ ਜੀ ਇੰਨੇ ਵੱਡੇ ਦੁੱਖ ਨੂੰ ਝੇਲ ਨਾ ਪਾਈ ਅਤੇ ਸਦਮੇ ਵਿੱਚ ਚਲ ਗਈ। ਪਿਤਾ ਦੇ ਰਹਿੰਦੇ ਤਾਂ ਪਰਿਵਾਰ ਵਿੱਚ ਫਿਰ ਵੀ ਕੁਝ ਤਾਲਮੇਲ ਬਰਕਰਾਰ ਸੀ, ਪਰ ਉਹਨਾਂ ਦੇ ਜਾਣੇ ਦੇ ਬਾਅਦ ਕੁਝ ਟਕਰਾਵ ਰਹਿਣ ਲੱਗੇ। ਕੁਝ ਸਾਲ ਬੀਤ ਗਏ ਅਤੇ ਹੁਣ ਤਾਂ ਭਾਈਆਂ ਦੇ ਵਿੱਚ ਦਾ ਝਗੜਾ ਇੰਨਾ ਵੱਧ ਗਿਆ ਕਿ ਪੁੱਤਾਂ ਅਤੇ ਨੂੰਹਾਂ ਨੇ ਮਾਂ ਦੇ ਸਾਹਮਣੇ ਬਟਵਾਰਾ ਕਰਵਾਉਣੇ ਦਾ ਪ੍ਰਸਤਾਵ ਰੱਖ ਦਿੱਤਾ। ਅੰਮਾ ਬਟਵਾਰਾ ਕਰਨੇ ਦੇ ਹੱਕ ਵਿੱਚ ਨਹੀਂ ਸੀ। ਬੇਟੀ ਸੀਮਾ ਨੇ ਵੀ ਆਪਣੇ ਭਰਾਵਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਭਰਾਵਾਂ ਨੇ ਉਸ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਤੂੰ ਇਸ ਮਾਮਲੇ ਤੋਂ ਦੂਰ ਹੀ ਰਹੇ ਤਾਂ ਚੰਗਾ ਹੋਵੇਗਾ ਅਤੇ ਫਿਰ ਉਹੀ ਹੋਇਆ ਜੋ ਦੋਵੇਂ ਭਰਾ ਚਾਹੁੰਦੇ ਸੀ। ਰਿਸ਼ਤੇਦਾਰੀ ਦੇ ਕੁਝ ਵੱਡੇ ਬਜ਼ੁਰਗਾਂ ਦੀ ਸਲਾਹ ਲੈ ਕੇ ਅੰਮਾ ਨੇ ਕਾਰੋਬਾਰ ਅਤੇ ਜ਼ਮੀਨ ਜਾਇਦਾਦ ਦਾ ਬਟਵਾਰਾ ਕਰ ਦਿੱਤਾ। ਰਿਹਾ ਮਕਾਨ ਦਾ ਸਵਾਲ ਤਾਂ ਉਸ ਵਿੱਚ ਵੀ ਇੱਕ ਦੀਵਾਰ ਪਾ ਕੇ 2 ਹਿੱਸੇ ਕਰ ਦਿੱਤੇ ਗਏ ਅਤੇ ਨਾਲ ਹੀ ਨੂੰਹਾਂ ਦੀ ਰਸੋਈਆਂ ਵੱਖ-ਵੱਖ ਕਰ ਦਿੱਤੀ ਗਈ। ਮਕਾਨ ਦੇ ਤਾਂ 2 ਟੁਕੜੇ ਹੋਏ ਸੀ, ਪਰ ਅੰਮਾ ਦੇ ਦਿਲ ਦੇ ਕਿੰਨੇ ਟੁਕੜੇ ਹੋਏ ਗਿਣ ਪਾਉਣਾ ਵੀ ਮੁਸ਼ਕਿਲ ਸੀ। ਦੋਵੇਂ ਭਰਾਵਾਂ ਵਿੱਚ ਸੰਪत्ति ਦਾ ਬਟਵਾਰਾ ਸਹਿਮਤੀ ਦੇ ਨਾਲ ਹੋ ਗਿਆ, ਪਰ ਅੰਮਾ ਨੇ ਵੱਡੀ ਨੂੰਹ ਦੇ ਨਾਲ ਰਹਿਣਾ ਸਵੀਕਾਰ ਕੀਤਾ। ਵੱਡੀ ਨੂੰਹ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਸੀ, ਕਿਉਂਕਿ ਜਦ ਤੱਕ ਅੰਮਾ ਰਸੋਈ ਦਾ ਸਾਰਾ ਕੰਮ ਕਰ ਦਿਆ ਕਰਦੀ ਸੀ, ਵੱਡੀ ਨੂੰਹ ਅੰਮਾ ਦਾ ਪੂਰਾ ਸਨਮਾਨ ਕਰਦੀ ਸੀ। ਪਰ ਸਮੇਂ ਦੁਆਰਾ ਦਿੱਤੇ ਗਏ ਜ਼ਖਮਾਂ ਦੇ ਕਾਰਨ ਅੰਮਾ ਵੀ ਬਿਮਾਰ ਰਹਿਣ ਲੱਗੀ ਅਤੇ ਹੌਲੀ-ਹੌਲੀ ਕੰਮ ਕਰਨੇ ਵਿੱਚ ਵੀ ਅਸਮਰਥ ਹੋ ਗਈ। ਸਮੇਂ ਬੀਤਦਾ ਗਿਆ। ਬੁੱਢੀ ਮਾਂ ਹੋਰ ਵੀ ਜ਼ਿਆਦਾ ਬੁੱਢੀ ਤੇ ਉਪੇਕਸ਼ਿਤ ਹੋ ਚੁੱਕੀ ਸੀ। ਪਹਿਲਾਂ ਜੋ ਪੋਤਾ ਪੋਤੀ ਅੰਮਾ ਦੇ ਚਾਰੋਂ ਤਰਫ ਮੰਡਰਾਉਂਦੇ ਸੀ, ਹੁਣ ਉਹਨਾਂ ਨੂੰ ਵੀ ਅੰਮਾ ਨਾਲ ਕੋਈ ਮਤਲਬ ਨਹੀਂ ਹੁੰਦਾ ਸੀ। ਵੱਡੀ ਨੂੰ ਵੀ ਅੰਮਾ ਨੂੰ ਆਪਣੇ ਨਾਲ ਰੱਖਣਾ ਔਖਾ ਲੱਗ ਰਿਹਾ ਸੀ, ਪਰ ਹੁਣ ਬੁੱਢੀ ਵਿਧਵਾ ਮਾਂ ਨੂੰ ਲੈ ਕੇ ਬੜੀ ਸਮੱਸਿਆ ਖੜੀ ਹੋ ਗਈ ਕਿ ਮਾਂ ਦਾ ਬਟਵਾਰਾ ਕਿਵੇਂ ਕੀਤਾ ਜਾਵੇ। ਇਸ ਦਾ ਕੋਈ ਸਮਾਧਾਨ ਨਹੀਂ ਮਿਲ ਰਿਹਾ ਸੀ। ਦੋਵੇਂ ਪੁੱਤਾਂ ਵਿੱਚ ਤੋਂ ਕੋਈ ਵੀ ਆਪਣੇ ਨਾਲ ਅੰਮਾ ਨੂੰ ਰੱਖਣੇ ਦੇ ਲਈ ਤਿਆਰ ਨਹੀਂ ਸੀ। ਸਮੇਂ ਦੁਆਰਾ ਜ਼ਖਮ ਦਿੱਤੇ ਜਾਣੇ ਸ਼ਾਇਦ ਹੁਣੇ ਬਾਕੀ ਸੀ, ਕਿਉਂਕਿ ਕੋਈ ਵੀ ਨੂੰ ਮਾਂ ਦੇ ਖਾਣੇ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਸੀ। 2 ਵਕਤ ਦੀ ਰੋਟੀ ਦੇਣੇ ਦੇ ਲਈ ਪੁੱਤਾਂ ਨੂੰਹਾਂ ਦੀ ਬਹਿਸ ਅੰਮਾ ਦੇ ਦਿਲ ਨੂੰ ਚੀਰ ਰਹੀ ਸੀ। ਇਹ ਵਕਤ ਦੀ ਬੇਰਹਿਮੀ ਹੀ ਸੀ ਕਿ ਜਿਸ ਮਾਂ ਨੇ ਉਹਨਾਂ ਨੂੰ 9 ਮਹੀਨੇ ਕੁੱਖ ਵਿੱਚ ਰੱਖਿਆ, ਪਾਲ ਪੋਸ ਕੇ ਵੱਡਾ ਕੀਤਾ, ਖੁਦ ਦੀ ਨੀਂਦ ਹਰਾਮ ਕਰਕੇ ਆਪਣੇ ਬੱਚਿਆਂ ਨੂੰ ਚੈਨ ਦੀ ਨੀਂਦ ਸੁਲਾਇਆ, ਉਹਨਾਂ ਦੀ ਹਰ ਛੋਟੀ ਵੱਡੀ ਖਵਾਇਸ਼ਾਂ ਨੂੰ ਪੂਰਾ ਕੀਤਾ, ਅੱਜ ਉਹੀ ਬੱਚੇ ਆਪਣੀ ਮਾਂ ਨੂੰ ਆਪਣੇ ਕੋਲ ਰੱਖਣੇ ਦੇ ਲਈ ਵੀ ਤਿਆਰ ਨਹੀਂ ਸੀ। ਕਾਫੀ ਸੋਚ ਵਿਚਾਰ ਕਰਕੇ ਦੋਵੇਂ ਭਰਾਵਾਂ ਨੇ ਇੱਕ ਫੈਸਲਾ ਲੈ ਲਿੱਤਾ, ਜਿਸ ਨਾਲ ਉਹਨਾਂ ਦੀ ਸਮੱਸਿਆ ਦਾ ਸਮਾਧਾਨ ਤਾਂ ਹੋ ਗਿਆ, ਪਰ ਮਾਂ ਦੀ ਮਮਤਾ ਤਾਰ-ਤਾਰ ਹੋ ਗਈ। ਜਿਸ ਨੇ ਵੀ ਸੁਣਿਆ
ਆਪਣੀ ਹੈਰਾਨੀ ਨੂੰ ਰੋਕ ਨਹੀਂ ਪਾਇਆ। ਫੈਸਲਾ ਕੀਤਾ ਗਿਆ ਕਿ 1 ਮਹੀਨਾ ਮਾਂ ਵੱਡੇ ਪੁੱਤ ਦੇ ਕੋਲ ਰਹੇਗੀ ਅਤੇ 1 ਮਹੀਨਾ ਛੋਟੇ ਪੁੱਤ ਆਪਣੇ ਘਰ ਵਿੱਚ ਲੈ ਜਾਵੇਗਾ ਅਤੇ ਮਾਂ ਜਿਸ ਦੇ ਕੋਲ ਰਹੇਗੀ ਉਹੀ ਅੰਮਾ ਦੀ ਪੈਨਸ਼ਨ ਦਾ ਵੀ ਹੱਕਦਾਰ ਹੋਵੇਗਾ। ਅੰਮਾ ਦਾ ਖਰਚਾ ਅਤੇ ਦਵਾਈਆਂ ਦਾ ਖਰਚਾ ਵੀ ਉਸੀ ਪੈਨਸ਼ਨ ਵਿੱਚ ਤੋਂ ਕੀਤਾ ਜਾਵੇਗਾ। 1 ਤਰੀਕ ਹੋਣੇ ਪਰ ਮਾਂ ਨੂੰ ਛੋਟੇ ਪੁੱਤ ਨੂੰ ਦੇ ਹਿੱਸੇ ਵਿੱਚ ਪਹੁੰਚਾ ਦਿੱਤਾ ਗਿਆ। ਛੋਟੀ ਨੂੰਹ ਨੇ ਇੱਕ ਸਟੋਰ ਰੂਮ ਖਾਲੀ ਕਰਵਾ ਕੇ ਅੰਮਾ ਨੂੰ ਰੱਖਣੇ ਦਾ ਇੰਤਜ਼ਾਮ ਕਰ ਦਿੱਤਾ, ਜਿੱਥੇ ਇੱਕ ਛੋਟੀ ਜਿਹੀ ਖਾਟ, ਪੁਰਾਣਾ ਬਿਸਤਰ, ਇੱਕ ਥਾਲੀ ਅਤੇ ਲੋਟਾ ਦੇ ਕੇ ਅੰਮਾ ਨੂੰ ਬਿਠਾ ਦਿੱਤਾ ਗਿਆ। ਵਿਚਾਰੀ ਬੁੱਢੀ ਮਾਂ ਆਪਣੀ ਉਪੇਕਸ਼ਤਾ ਨੂੰ ਮਨ ਵਿੱਚ ਸਮੇਟ ਕੇ ਥਾਲੀ ਅਤੇ ਲੋਟਾ ਲੈ ਕੇ ਕਮਰੇ ਦੇ ਦਰਵਾਜ਼ੇ ਦੀ ਚੌਖਟ ਪਰ ਬੈਠੀ ਰਹਿੰਦੀ ਅਤੇ ਇੰਤਜ਼ਾਰ ਕਰਦੀ ਰਹਿੰਦੀ ਕਿ ਕਦ ਖਾਣਾ ਮਿਲੇ ਅਤੇ ਕਦ ਪੇਟ ਦੀ ਭੁੱਖ ਨੂੰ ਸ਼ਾਂਤ ਕਰ ਸਕੇ। ਬੁੱਢੀ ਅੱਖਾਂ ਦਰਵਾਜ਼ੇ ਦੀ ਤਰਫ ਦੇਖ ਰਹੀ ਸੀ ਕਿ ਸਾਹਮਣੇ ਕਿਸੇ ਨੂੰ ਆਉਂਦੇ ਦੇਖਿਆ ਅਚਾਨਕ ਚਮਕ ਉੱਠੀ। ਦੇਖਿਆ ਤਾਂ ਬੇਟੀ ਸੀਮਾ ਅੰਮਾ ਨਾਲ ਮਿਲਣ ਆਈ ਸੀ, ਪਰ ਆਪਣੀ ਮਾਂ ਦੀ ਇਹ ਹਾਲਤ ਦੇਖ ਬੇਟੀ ਚੈਨ ਨਾ ਪਾਉਂਦੀ ਸੀ। ਕਿੰਨੀ ਵਾਰ ਕਹਿੰਦੀ ਸੀ ਕਿ ਮਾਂ ਚਲੋ, ਤੁਹਾਨੂੰ ਆਪਣੇ ਘਰ ਲੈ ਚਲਦੀ ਹਾਂ, ਉੱਥੇ ਤੁਸੀਂ ਠਾਠ ਨਾਲ ਰਹਿਣਾ, ਪਰ ਮਾਂ ਆਪਣੇ ਅਸੂਲਾਂ ਦਾ ਵਾਸਤਾ ਦੇ ਕੇ ਉਸਦੇ ਨਾਲ ਜਾਣੇ ਤੋਂ ਇਨਕਾਰ ਕਰ ਦਿੰਦੀ ਸੀ। ਇੱਕ ਦਿਨ ਆਪਣੇ ਕਮਰੇ ਦੀ ਚੌਖਟ ਪਰ ਬੈਠੇ ਅੰਮਾ ਆਪਣਾ ਚਸ਼ਮਾ ਉਤਾਰ ਕੇ ਦੇਖਣ ਲੱਗੀ। ਸੋਚਣ ਲੱਗੀ, ਕਿੰਨੀ ਵਾਰ ਵੱਡੇ ਪੁੱਤ ਨੂੰ ਕਿਹਾ ਸੀ ਚਸ਼ਮਾ ਠੀਕ ਕਰਾ ਦੇਣ ਦੇ ਲਈ, ਪਰ ਵੱਡੀ ਨੂੰ ਗੁੱਸੇ ਨਾਲ ਕਹਿੰਦੀ ਕਿ ਛੋਟੇ ਪੁੱਤ ਦੇ ਘਰ ਜਾਊਗੀ ਤਾਂ ਉੱਥੇ ਅਲਾਪਣਾ ਆਪਣੇ ਚਸ਼ਮੇ ਦਾ ਰਾਗ। ਤੁਹਾਡੀ ਪੈਨਸ਼ਨ ਦੇ ਸਾਰੇ ਪੈਸੇ ਦਵਾਈਆਂ ਪਰ ਲੱਗ ਚੁੱਕੇ ਹਨ। ਅੱਜ ਛੋਟਾ ਪੁੱਤ ਸੁਨੀਲ ਜਦ ਤਿਆਰ ਹੋ ਕੇ ਕਮਰੇ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਅੰਮਾ ਨੇ ਆਵਾਜ਼ ਲਗਾਈ, ਪੁੱਤ, ਇਹ ਮੇਰਾ ਚਸ਼ਮਾ ਟੁੱਟ ਗਿਆ ਹੈ, ਕੁਝ ਨਜ਼ਰ ਨਹੀਂ ਆਉਂਦਾ। ਅੱਜ ਦਫ਼ਤਰ ਤੋਂ ਆਉਂਦੇ ਵਕਤ ਇਸ ਨੂੰ ਠੀਕ ਕਰਵਾ ਲਿਆਉਣਾ। ਕੰਬਦੀ ਆਵਾਜ਼ ਨਾਲ ਅੰਮਾ ਬੋਲੀ, ਅਰੇ ਮਾਂ, ਘੱਟ ਤੋਂ ਘੱਟ ਦਫ਼ਤਰ ਜਾਂਦੇ ਵਕਤ ਤਾਂ ਨਾ ਟੋਕਿਆ ਕਰੋ। ਇਸ ਉਮਰ ਵਿੱਚ ਚਸ਼ਮੇ ਦੀ ਜ਼ਰੂਰਤ ਹੀ ਕਿਆ ਹੈ, ਕੋਈ ਕਾਗਜ਼ੀ ਕੰਮ ਤਾਂ ਕਰਦੀ ਨਹੀਂ ਹੋ ਤੁਸੀਂ। ਬੇਚਾਰੀ ਲਾਚਾਰ ਬੇਬਸ ਅੰਮਾ ਆਪਣੀ ਅੱਖਾਂ ਵਿੱਚ ਹੰਝੂਆਂ ਨੂੰ ਛੁਪਾਉਣੇ ਦੀ ਕੋਸ਼ਿਸ਼ ਕਰਦੇ ਹੋਏ ਵਾਪਿਸ ਟੁੱਟਾ ਚਸ਼ਮਾ ਪਹਿਨ ਕੇ ਬੈਠ ਗਈ। ਅੱਜ ਛੋਟੀ ਨੂੰਹ ਨੇ ਘਰ ਵਿੱਚ ਕਿੱਟੀ ਪਾਰਟੀ ਰੱਖੀ ਸੀ। ਘਰ ਵਿੱਚ ਕੁਝ ਚਹਿਲ ਪਹਿਲ ਹੋ ਰਹੀ ਸੀ। ਖਾਣੇ ਪੀਣੇ ਦਾ ਕਾਫੀ ਸਮਾਨ ਲਿਆਇਆ ਜਾ ਰਿਹਾ ਸੀ। ਅੰਮਾ ਦੇਖ ਕੇ ਸੋਚ ਰਹੀ ਸੀ, ਲੱਗਦਾ ਹੈ ਅੱਜ ਕੋਈ ਮਹਿਮਾਨ ਆਉਣ ਵਾਲੇ ਹਨ। ਖਾਣੇ ਦੀ ਬਹੁਤ ਚੰਗੀ ਖੁਸ਼ਬੂ ਵੀ ਆ ਰਹੀ ਹੈ। ਚਲੋ ਅੱਜ ਤਾਂ ਬਹੁਤ ਸਵਾਦਿਸ਼ਟ ਖਾਣਾ ਖਾਣੇ ਨੂੰ ਮਿਲੇਗਾ, ਸੋਚ ਕੇ ਅੰਮਾ ਮਨ ਹੀ ਮਨ ਖੁਸ਼ ਹੋ ਰਹੀ ਸੀ। ਪਰ ਇਹ ਕਿਆ, ਥੋੜ੍ਹੀ ਹੀ ਦੇਰ ਵਿੱਚ ਛੋਟੀ ਨੂੰਹ ਆਈ ਅਤੇ ਅੰਮਾ ਦੀ ਥਾਲੀ ਵਿੱਚ ਖਿਚੜੀ ਪਾ ਕੇ ਚਲਦੀ ਬਣੀ ਅਤੇ ਅੰਮਾ ਨੂੰ ਬਾਹਰ ਨਾ ਨਿਕਲਣੇ ਦੀ ਸਖਤ ਹਿਦਾਇਤ ਦੇ ਕੇ ਗਈ। ਅੰਮਾ ਮਾਯੂਸ ਹੋ ਕੇ ਖਿਚੜੀ ਖਾਣ ਹੀ ਲੱਗੀ ਕਿ ਦੇਖਿਆ ਲੋਟੇ ਵਿੱਚ ਪਾਣੀ ਨਹੀਂ ਸੀ। ਅਰੇ ਛੋਟੀ ਨੂੰਹ, ਲੋਟੇ ਵਿੱਚ ਪਾਣੀ ਤਾਂ ਪਾ ਕੇ ਜਾਓ, ਪਿਆਸ ਲੱਗੀ ਹੈ। ਪਰ ਇੰਨੇ ਤੱਕ ਤਾਂ ਛੋਟੀ ਨੂੰਹ ਉੱਥੇ ਤੋਂ ਜਾ ਚੁੱਕੀ ਸੀ। ਖਾਣਾ ਖਾਣੇ ਦੇ ਬਾਅਦ ਅੰਮਾ ਹੌਲੀ ਲਾਠੀ ਦੀ ਟੇਕ ਨਾਲ ਬਾਹਰ ਤੱਕ ਆਈ ਅਤੇ ਬੋਲੀ, ਛੋਟੀ ਨੂੰਹ, ਪਾਣੀ ਪੀਣਾ ਹੈ, ਬਹੁਤ ਪਿਆਸ ਲੱਗੀ ਹੈ। ਦੇਖਿਆ ਤਾਂ ਬਾਹਰ ਛੋਟੀ ਨੂੰਹ ਦੀ ਸਹੇਲੀਆਂ ਦੀ ਦਾਵਤ ਚੱਲ ਰਹੀ ਸੀ ਅਤੇ ਛੋਟੀ ਨੂੰਹ ਉਹਨਾਂ ਨੂੰ ਆਪਣਾ ਸੋਨੇ ਦਾ ਹਾਰ ਦਿਖਾ ਰਹੀ ਸੀ ਜੋ ਉਸ ਨੂੰ ਸੁਨੀਲ ਨੇ ਲਿਆ ਕੇ ਦਿੱਤਾ ਸੀ। ਛੋਟੀ ਨੂੰਹ ਅੰਮਾ ਨੂੰ ਦੇਖਦੇ ਹੀ ਉਬਲ ਪਈ। ਬਿਨਾਂ ਕੁਝ ਸੋਚੇ ਸਮਝੇ ਅੰਮਾ ਦਾ ਹੱਥ ਫੜ ਕੇ ਲਗਭਗ ਘਸੀਟਦੇ ਹੋਏ ਉਸ ਨੂੰ ਵਾਪਿਸ ਕੋਠੜੀ ਵਿੱਚ ਬਿਠਾ ਦਿੱਤਾ। ਜਦ ਕਿਹਾ ਸੀ ਕਿ ਬਾਹਰ ਨਹੀਂ ਨਿਕਲਣਾ ਤਾਂ ਫਿਰ ਐਸੀ ਕਿਆ ਮੁਸੀਬਤ ਆ ਪਈ ਸੀ, ਥੋੜ੍ਹੀ ਦੇਰ ਪਿਆਸੀ ਨਹੀਂ ਬੈਠ ਸਕਦੀ ਸੀ ਕਿਆ। ਅੰਮਾ ਨੂੰ ਝਿੜਕ ਕੇ ਛੋਟੀ ਨੂੰ ਵਾਪਿਸ ਆਪਣੀ ਸਹੇਲੀਆਂ ਦੇ ਕੋਲ ਜਾ ਕੇ ਹੱਸੀ ਮਜ਼ਾਕ ਕਰਨ ਲੱਗੀ। ਕੁਝ ਦਿਨ ਹੋਰ ਬੀਤੇ। ਬੁੱਢੀ ਅੰਮਾ ਖਾਣਾ ਖਾ ਕੇ ਹੁਣੇ ਆਪਣੀ ਚਾਰਪਾਈ ਪਰ ਹੀ ਬੈਠੀ ਹੋਈ ਸੀ ਕਿ ਦੇਖਿਆ ਸਾਹਮਣੇ ਤੋਂ ਛੋਟਾ ਪੁੱਤ ਸੁਨੀਲ ਆਪਣੇ ਕਮਰੇ ਤੋਂ ਨਿਕਲ ਰਿਹਾ ਸੀ। ਪਿੱਛੇ
ਪਿੱਛੇ ਛੋਟੀ ਨੂੰਹ ਅਤੇ ਪੋਤਾ ਪੋਤੀ ਵੀ ਵੱਡੇ ਵੱਡੇ ਬੈਗ ਚੁੱਕ ਕੇ ਜਾ ਰਹੇ ਸੀ। ਲਾਠੀ ਟੇਕਦੇ ਹੋਏ ਛੋਟੇ ਪੁੱਤ ਕੋਲ ਆ ਪਹੁੰਚੀ। ਸੁਨੀਲ ਪੁੱਤ, ਛੋਟੀ ਨੂੰਹ, ਤੁਸੀਂ ਲੋਕ ਕਿੱਥੇ ਜਾ ਰਹੇ ਹੋ? ਕਿਆ? ਹਾਂ ਮਾਂ, ਬੱਚੇ ਦੇ ਕਾਲਜ ਦੀ ਛੁੱਟੀਆਂ ਹਨ ਤਾਂ ਅਸੀਂ ਕੁਝ ਦਿਨ ਦੇ ਲਈ ਬਾਹਰ ਘੁੰਮਣ ਜਾ ਰਹੇ ਹਾਂ, ਛੋਟੇ ਪੁੱਤ ਨੇ ਬੋਲਿਆ। ਤਾਂ ਅੰਮਾ ਦੀ ਉਤਸੁਕਤਾ ਝੱਟ ਉਦਾਸੀ ਵਿੱਚ ਬਦਲ ਗਈ। ਫਿਰ ਕੁਝ ਸੋਚ ਕੇ ਬੋਲੀ, ਛੋਟੀ ਨੂੰ, ਮੈਂ ਰੋਟੀ ਕਿਵੇਂ ਖਾਊਂਗੀ? ਮੇਰੇ ਤੋਂ ਭੁੱਖਾ ਨਹੀਂ ਸੋਇਆ ਜਾਂਦਾ। ਅੰਮਾ ਦੀ ਗੱਲ ਸੁਣਦੇ ਹੀ ਛੋਟੀ ਨੂੰ ਤਪਾਕ ਤੋਂ ਬੋਲੀ, ਅਰੇ ਅੰਮਾ, ਅੱਜ ਮਹੀਨੇ ਦੀ ਆਖਰੀ ਤਰੀਕ ਹੈ। ਕੱਲ੍ਹ ਤੋਂ ਤੁਹਾਨੂੰ ਰੱਖਣੇ ਦੀ ਵਾਰੀ ਵੱਡੇ ਭਾਈ ਅਤੇ ਭਾਬੀ ਦੀ ਹੈ। ਕੱਲ੍ਹ ਸਵੇਰੇ ਉਹ ਆ ਕੇ ਤੁਹਾਨੂੰ ਲੈ ਜਾਣਗੇ। ਅਗਰ ਜੇਕਰ ਰਾਤ ਨੂੰ ਭੁੱਖ ਲੱਗੇ ਤਾਂ ਇਹ ਬਿਸਕੁਟ ਖਾ ਲੈਣਾ। ਕਹਿੰਦੇ ਹੋਏ ਛੋਟੀ ਨੂੰ ਨੇ ਉਹਨਾਂ ਦੇ ਹੱਥ ਵਿੱਚ ਬਿਸਕੁਟ ਦਾ ਪੈਕਟ ਫੜਾ ਦਿੱਤਾ ਅਤੇ ਉਹ ਸਭ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਚੱਲਦੇ ਬਣੇ। ਅੰਮਾ ਨੂੰ ਯਕੀਨ ਨਹੀਂ ਹੋ ਪਾ ਰਿਹਾ ਸੀ ਕਿ ਬਚਪਨ ਵਿੱਚ ਜਿਨ੍ਹਾਂ ਬੱਚਿਆਂ ਨੂੰ ਮਾਂ ਦੇ ਆਂਚਲ ਛਾਇਆ ਵਿੱਚ ਸਵਰਗ ਦਾ ਅਹਿਸਾਸ ਹੁੰਦਾ ਸੀ, ਮਾਂ ਦੀ ਤਪਕੀਆਂ ਵਿੱਚ ਸਕੂਨ ਮਿਲਦਾ ਸੀ, ਮਾਂ ਦੀ ਲੋਰੀਆਂ ਸੁਣੇ ਬਿਨਾਂ ਨੀਂਦ ਨਹੀਂ ਆਉਂਦੀ ਸੀ, ਅੱਜ ਉਹੀ ਸੰਤਾਨ ਆਪਣੀ ਸਗੀ ਮਾਂ ਦੀ ਜ਼ਿੰਮੇਵਾਰੀ ਤੋਂ ਕਿਵੇਂ ਦੂਰ ਭੱਜ ਰਹੀ ਹੈ। ਵਿਚਾਰੀ ਬੁੱਢੀ ਅੰਮਾ ਨੂੰ ਜਦ ਭੁੱਖ ਲੱਗੀ ਤਾਂ 2 ਬਿਸਕੁਟ ਖਾ ਕੇ ਪਾਣੀ ਪੀ ਕੇ ਸੌ ਗਈ। ਅਗਲੇ ਦਿਨ ਦਾ ਸੂਰਜ ਉੱਗਿਆ ਤਾਂ ਅੰਮਾ ਨੂੰ ਥੋੜ੍ਹੀ ਆਸ਼ਾ ਜਾਗੀ। ਸਵੇਰੇ ਸਵੇਰੇ ਅੰਮਾ ਆਪਣਾ ਸੰਦੂਕ ਅਤੇ ਬਾਕੀ ਸਮਾਨ ਤਿਆਰ ਕਰਕੇ ਆਪਣੀ ਕੋਠਰੀ ਤੋਂ ਬਾਹਰ ਨਿਕਲ ਕੇ ਕੁਰਸੀ ਪਰ ਬੈਠ ਗਈ ਕਿ ਵੱਡੀ ਨੂੰ ਹੁਣੇ ਆਉਂਦੀ ਹੋਵੇਗੀ ਮੈਨੂੰ ਲੈਣ। ਪਰ ਦੇਖਦੇ ਹੀ ਦੇਖਦੇ ਸਵੇਰ ਤੋਂ ਸ਼ਾਮ ਹੋ ਗਈ, ਪਰ ਅੰਮਾ ਦੀ ਖੈਰ ਖਬਰ ਕਿਸੇ ਨੇ ਨਾ ਪੁੱਛੀ। ਵਿਚਾਰੀ ਅੰਮਾ ਭੁੱਖੀ ਪਿਆਸੀ ਇਕੱਲੇ ਹੀ ਤੜਫਦੀ ਰਹੀ, ਪਰ ਕੋਈ ਲੈਣ ਨਹੀਂ ਆਇਆ। ਭੁੱਖ ਤੋਂ ਬੇਹਾਲ ਅੰਮਾ ਬੈਠੇ ਬੈਠੇ ਕਈ ਵਾਰ ਸੋਚਿਆ ਕਿ ਉੱਠ ਕੇ ਖੁਦ ਹੀ ਵੱਡੇ ਪੁੱਤ ਦੇ ਘਰ ਚਲੀ ਜਾਵਾਂ। 2 ਕਦਮ ਦੀ ਦੂਰੀ ਹੈ, ਪਰ ਫਿਰ ਇਹ ਸੋਚ ਕੇ ਬੈਠ ਜਾਂਦੀ ਕਿ ਉੱਚੀ ਨੀਚੀ ਪੌੜੀਆਂ ਹਨ, ਕਿਤੇ ਗਲਤੀ ਨਾਲ ਪੈਰ ਫਿਸਲ ਗਿਆ ਤਾਂ 4 ਪਾਈ ਫਕੜਨੇ ਦੀ ਨੌਬਤ ਆ ਜਾਵੇਗੀ। ਆਖਿਰ ਥੱਕ ਹਾਰ ਕੇ ਆਪਣੀ ਕਿਸਮਤ ਨੂੰ ਕੋਸਦੀ ਹੋਈ ਫਿਰ ਵਾਪਿਸ ਆਪਣੀ ਚਾਰਪਾਈ ਪਰ ਜਾ ਪਈ। ਜਿਵੇਂ ਹੀ ਅੱਖ ਖੁੱਲ੍ਹੀ ਦੇਖਿਆ ਵੱਡਾ ਪੁੱਤ ਵਿਕਾਸ ਅੰਮਾ ਦੇ ਸਾਹਮਣੇ ਖੜਿਆ ਸੀ। ਅੰਮਾ ਚਲੋ ਤੁਹਾਨੂੰ ਲੈ ਚੱਲਦਾ ਹਾਂ। ਵਿਕਾਸ ਪੁੱਤ ਆ ਗਿਆ, ਸਵੇਰ ਤੋਂ ਤੇਰੀ ਰਾਹ ਦੇਖਦੀ ਸੀ। ਕਹਿੰਦੇ ਹੋਏ ਅੰਮਾ ਸਾਰੇ ਗਿਲੇ ਭੁੱਲ ਕੇ ਵੱਡੇ ਪੁੱਤ ਦੇ ਨਾਲ ਚੱਲ ਪਈ। ਵੱਡੇ ਪੁੱਤ ਦੇ ਘਰ ਪਹੁੰਚੀ ਤਾਂ ਦੇਖਿਆ ਜਿਸ ਕਮਰੇ ਵਿੱਚ ਅੰਮਾ ਰਿਹਾ ਕਰਦੀ ਸੀ ਉੱਥੇ ਤੋਂ ਅੰਮਾ ਦਾ ਸਮਾਨ ਚੁੱਕ ਦਿੱਤਾ ਗਿਆ ਸੀ। ਅੰਮਾ ਨੂੰ ਪਿੱਛੇ ਦੇ ਬਰਾਂਡੇ ਵਿੱਚ ਬਣੇ ਛੋਟੇ ਜਿਹੇ ਕਮਰੇ ਵਿੱਚ ਰਹਿਣੇ ਦੇ ਲਈ ਜਗ੍ਹਾ ਦੇ ਦਿੱਤੀ ਗਈ ਸੀ, ਪਰ ਅੰਮਾ ਨੇ ਉੱਥੇ ਰਹਿਣਾ ਵੀ ਚੁੱਪ ਕਰਕੇ ਸਵੀਕਾਰ ਕਰ ਲਿੱਤਾ, ਇਹ ਸੋਚਦੇ ਹੋਏ ਕਿ ਘੱਟ ਤੋਂ ਘੱਟ ਵੱਡੀ ਨੂੰਹ ਦੇ ਘਰ ਖਾਣੇ ਨੂੰ ਤਾਂ ਢੰਗ ਨਾਲ ਮਿਲੇਗਾ। ਕੱਲ੍ਹ ਰਾਤ ਤੋਂ ਭੁੱਖੀ ਪਿਆਸੀ ਅੰਮਾ ਨੂੰ ਜਦ ਖਾਣਾ ਮਿਲਿਆ ਤਾਂ ਖੁਸ਼ੀ ਦੇ ਮਾਰੇ ਅੰਮਾ ਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਜਲਦੀ ਨਾਲ ਖਾਣਾ ਖਾਣ ਲੱਗੀ। ਵਕਤ ਦੀ ਹੀ ਮਾਰ ਸੀ ਕਿ ਜੋ ਵਿਦਿਆ ਦੇਵੀ, ਜੋ ਆਪਣੇ ਪਤੀ ਦੇ ਜਿਉਂਦੇ ਜੀ ਰਾਜ ਕਰਦੀ ਸੀ, ਅੱਜ ਦਾਣੇ ਨੂੰ ਮੁਹਤਾਜ ਹੋ ਚੁੱਕੀ ਸੀ। ਅਗਲੀ ਸਵੇਰ ਉੱਠ ਕੇ ਅੰਮਾ ਨੇ ਭਗਵਾਨ ਦਾ ਨਾਮ ਲੈ ਕੇ ਆਪਣੇ ਦੈਨਿਕ ਕਾਰਜ ਨਿਪਟਾ ਲਿੱਤੇ ਅਤੇ ਦਰਵਾਜ਼ੇ ਦੀ ਚੌਖਟ ਪਰ ਬੈਠ ਕੇ ਇੰਤਜ਼ਾਰ ਕਰਦੀ ਰਹੀ ਕਿ ਨੂੰਹ ਬੱਚੇ ਵਿੱਚ ਤੋਂ ਕੋਈ ਤਾਂ ਉਹਨਾਂ ਦੇ ਕੋਲ ਆਏਗਾ, ਹਾਲ ਚਾਲ ਪੁੱਛੇਗਾ ਅਤੇ ਕੁਝ ਖਾਣੇ ਨੂੰ ਦੇਵੇਗਾ। ਪਰ ਅੰਮਾ ਨੂੰ ਨਿਰਾਸ਼ਾ ਹੀ ਹੱਥ ਲੱਗੀ। ਫਿਰ ਇੱਕ ਠੰਡਾ ਸਾਹ ਲੈ ਕੇ ਵਾਪਿਸ ਜਾ ਕੇ ਆਪਣੀ ਚਾਰਪਾਈ ਪਰ ਲੇਟ ਗਈ। ਕਾਫੀ ਦੇਰ ਘਰ ਵਿੱਚ ਖਾਣਾ ਬਣਨੇ ਦੀ ਆਵਾਜ਼ਾਂ ਆਉਂਦੀ ਰਹੀ ਅਤੇ ਉਸਦੇ ਬਾਅਦ ਆਵਾਜ਼ਾਂ ਆਉਣੀ ਵੀ ਬੰਦ ਹੋ ਗਈ। ਚਾਹ ਪੀਣ ਨੂੰ ਬੇਤਾਬ ਅੰਮਾ ਇੰਤਜ਼ਾਰ ਕਰਕੇ ਥੱਕ ਗਈ ਤਾਂ ਸੋਚਿਆ ਖੁਦ ਹੀ ਉੱਠ ਕੇ ਨੂੰਹ ਤੋਂ ਚਾਹ ਲੈ ਕੇ ਆਉਂਦੀ ਹਾਂ। ਲਾਠੀ ਦੀ ਟੇਕ ਨਾਲ ਚੱਲ ਕੇ ਜਦ ਅੰਮਾ ਭੋਜਨ ਕਕਸ਼ ਵਿੱਚ ਪਹੁੰਚੀ ਤਾਂ ਦੇਖਿਆ ਪੁੱਤ ਨੂੰ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਚਾਹ ਨਾਸ਼ਤਾ ਕਰ ਰਹੇ ਸੀ। ਅੰਮਾ ਨੂੰ ਦੇਖਦੇ ਹੀ ਉੱਥੇ ਸਨਾਟਾ ਜਿਹਾ ਛਾ ਗਿਆ।
ਅਗਲੇ ਹੀ ਪਲ ਨੂੰਹ ਗੁੱਸੇ ਵਿੱਚ ਬੋਲੀ, ਬੁਢਾਪੇ ਵਿੱਚ ਇੰਨਾ ਚਟੋਰਾਪਨ ਕਿੱਥੇ ਲੈ ਕੇ ਜਾਊਗੀ ਅੰਮਾ। ਅੰਮਾ ਹੈਰਾਨੀ ਨਾਲ ਸਭ ਦਾ ਮੂੰਹ ਦੇਖਣ ਲੱਗੀ। ਸ਼ਾਇਦ ਨੂੰਹ ਦੀ ਗੱਲ ਦਾ ਅਰਥ ਸਪਸ਼ਟ ਨਹੀਂ ਹੋਇਆ ਸੀ ਅੰਮਾ ਨੂੰ। ਅਰੇ ਤੁਹਾਡੇ ਪੁੱਤ ਨੂੰ ਦਫ਼ਤਰ ਜਾਣੇ ਦੀ ਜਲਦੀ ਸੀ ਅਤੇ ਬੱਚਿਆਂ ਦੀ ਨੌਕਰੀ ਦਾ ਵੀ ਸਮੇਂ ਹੋ ਰਿਹਾ ਸੀ, ਇਸ ਲਈ ਜਲਦੀ ਸਭ ਨੂੰ ਖਿਲਾ ਪਿਲਾ ਰਹੀ ਸੀ। ਤੁਹਾਨੂੰ ਵੀ ਜਲਦੀ ਹੀ ਚਾਹ ਦੇਣ ਆਉਂਦੀ ਹਾਂ, ਜਾ ਕੇ ਆਪਣੇ ਕਮਰੇ ਵਿੱਚ ਬੈਠ ਜਾਓ। ਚੀਕਦੇ ਹੋਏ ਵੱਡੀ ਨੂੰ ਪੈਰ ਪਟਕਦੇ ਹੋਏ ਰਸੋਈ ਘਰ ਵਿੱਚ ਚਲੀ ਗਈ। ਅੰਮਾ ਮਨ ਮਹਿਸੂਸ ਕਰ ਵਾਪਿਸ ਆਪਣੇ ਕਮਰੇ ਵਿੱਚ ਆ ਕੇ ਚੌਖਟ ਪਰ ਬੈਠ ਗਈ। ਸੋਚਣ ਲੱਗੀ ਕਿ ਇਹੀ ਵੱਡੀ ਨੂੰਹ ਸੀ ਜੋ ਬੱਚੇ ਦੇ ਪੈਦਾ ਹੋਣੇ ਪਰ ਮਿਸ਼ਰੀ ਘੁਲੇ ਸ਼ਬਦਾਂ ਨਾਲ ਇੰਨਾ ਲਾਡ ਲਡਾਉਂਦੀ ਸੀ ਕਿ ਸਗੀ ਬੇਟੀ ਵੀ ਕਿਆ ਦਿਖਾਵੇਗੀ। ਇੱਕ ਤਰਫ ਤਾਂ ਅੰਮਾ ਬੱਚੇ ਅਤੇ ਨੂੰਹ ਦੀ ਦੇਖਭਾਲ ਕਰਦੀ ਸੀ ਅਤੇ ਦੂਸਰੀ ਤਰਫ ਪੂਰਾ ਘਰ ਸੰਭਾਲ ਲਿਆ ਕਰਦੀ ਸੀ। ਅੱਜ ਵੀ ਉਹੀ ਨੂੰਹ ਹੈ ਅਤੇ ਉਹੀ ਅੰਮਾ। ਪਰਿਵਰਤਨ ਆਇਆ ਹੈ ਤਾਂ ਸਿਰਫ ਹਾਲਾਤਾਂ ਵਿੱਚ। ਹੁਣ ਅੰਮਾ ਬੁੱਢੀ ਹੋ ਗਈ ਹੈ ਤਾਂ ਦੁੱਧ ਵਿੱਚ ਗਿਰੀ ਮੱਖੀ ਹੋ ਗਈ ਹੈ, ਜਿਸ ਨੂੰ ਸਭ ਨੇ ਕੱਢ ਕੇ ਸੁੱਟ ਦਿੱਤਾ। ਕਹਿੰਦੇ ਹੋਏ ਅੰਮਾ ਦੀ ਅੱਖਾਂ ਭਰ ਆਈ। ਅੰਮਾ ਦਿਨ ਭਰ ਇੰਤਜ਼ਾਰ ਕਰਦੀ ਰਹਿੰਦੀ, ਪਰ ਉਹਨਾਂ ਦੇ ਕਮਰੇ ਵਿੱਚ ਆਪਣੇ ਆਪ ਕੋਈ ਨਹੀਂ ਆਉਂਦਾ ਸੀ। ਉਮਰ ਦੇ ਇਸ ਪੜਾਅ ਵਿੱਚ ਅੰਮਾ ਬਿਲਕੁਲ ਇਕੱਲੀ ਹੋ ਗਈ ਸੀ। ਹਾਂ, ਕਦੀ ਬੇਟੀ ਆ ਜਾਂਦੀ ਸੀ ਤਾਂ ਅੰਮਾ ਦਾ ਹਾਲ ਚਾਲ ਪੁੱਛ ਕੇ ਚਲੀ ਜਾਂਦੀ ਸੀ, ਕਿਉਂਕਿ ਉਸਨੂੰ ਵੀ ਕੋਈ ਚਾਹ ਪਾਣੀ ਤੱਕ ਨਹੀਂ ਪੁੱਛਦਾ ਸੀ ਅਤੇ ਜਿੱਥੇ ਇੱਜ਼ਤ ਨਹੀਂ ਉੱਥੇ ਉਹ ਭਲਾ ਕਿੰਨੀ ਦੇਰ ਰੁਕ ਸਕਦੀ ਸੀ। ਇੱਕ ਦਿਨ ਅੰਮਾ ਦੇ ਕਮਰੇ ਦੀ ਸਫਾਈ ਕਰਵਾਉਂਦੇ ਹੋਏ ਵੱਡੀ ਨੂੰਹ ਦੀ ਨਜ਼ਰ ਅਚਾਨਕ ਅੰਮਾ ਦੇ ਸੰਦੂਕ ਪਰ ਗਈ, ਜਿਸ ਪਰ ਹਮੇਸ਼ਾ ਤਾਲਾ ਲੱਗਾ ਰਹਿੰਦਾ ਸੀ। ਵੱਡੀ ਨੂੰਹ ਨੂੰ ਥੋੜ੍ਹਾ ਸ਼ੱਕ ਹੋਇਆ ਕਿ ਅੰਮਾ ਨੇ ਆਪਣੀ ਬੇਟੀ ਦੇ ਲਈ ਸੰਦੂਕ ਵਿੱਚ ਕੁਝ ਗਹਿਣੇ ਜਾਂ ਪੈਸੇ ਲੁਕਾ ਕੇ ਰੱਖੇ ਹੋਣਗੇ, ਜੋ ਅੰਮਾ ਸੰਦੂਕ ਦੇ ਕੋਲ ਕਿਸੇ ਨੂੰ ਫਟਕਣੇ ਵੀ ਨਹੀਂ ਦਿੰਦੀ। ਜਿਸ ਵੀ ਘਰ ਵਿੱਚ ਰਹੇ ਆਪਣਾ ਸੰਦੂਕ ਨਾਲ ਲੈ ਕੇ ਜਾਂਦੀ ਹੈ। ਕਿਉਂ ਅੰਮਾ? ਸਾਰੀ ਜਾਇਦਾਦ ਦਾ ਤਾਂ ਬਟਵਾਰਾ ਕਰ ਦਿੱਤਾ ਹੈ। ਇਸ ਸੰਦੂਕ ਵਿੱਚ ਜੋ ਖਜ਼ਾਨਾ ਹੈ ਉਸ ਨੂੰ ਕਿਆ ਉੱਪਰ ਲੈ ਕੇ ਜਾਊਗੀ ਆਪਣੇ ਨਾਲ? ਵੱਡੀ ਨੂੰਹ ਨੇ ਚਤੁਰਾਈ ਨਾਲ ਗੱਲ ਕਰਦੇ ਹੋਏ ਅੰਮਾ ਦੇ ਸੰਦੂਕ ਦਾ ਰਾਜ਼ ਜਾਣਨਾ ਚਾਹਿਆ ਤਾਂ ਅੰਮਾ ਠਿਠਕ ਗਈ। ਨਹੀਂ ਨੂੰਹ, ਇਸ ਵਿੱਚ ਤਾਂ ਕੁਝ ਵੀ ਨਹੀਂ ਹੈ, ਇਸ ਨੂੰ ਹੱਥ ਨਾ ਲਗਾਣਾ। ਕਹਿੰਦੇ ਹੋਏ ਅੰਮਾ ਸੰਦੂਕ ਦੇ ਕੋਲ ਆ ਕੇ ਬੈਠ ਗਈ। ਅੰਮਾ ਦੇ ਇਸ ਤਰ੍ਹਾਂ ਨਾਲ ਗੱਲ ਕਰਦੇ ਹੀ ਵੱਡੀ ਨੂੰਹ ਦਾ ਸ਼ੱਕ ਹੋਰ ਵੱਧ ਗਿਆ। ਜ਼ਰੂਰ ਇਸ ਵਿੱਚ ਕੋਈ ਨਾ ਕੋਈ ਕੀਮਤੀ ਚੀਜ਼ ਲੁਕਾ ਰੱਖੀ ਹੈ। ਅੰਮਾ ਨੇ ਸਾਨੂੰ ਦਿਖਾਉਣਾ ਨਹੀਂ ਚਾਹੁੰਦੀ। ਮਨ ਹੀ ਮਨ ਬੜਬੜਾਉਂਦੇ ਹੋਏ ਵੱਡੀ ਨੂੰਹ ਅੰਮਾ ਦੇ ਕਮਰੇ ਤੋਂ ਬਾਹਰ ਆ ਗਈ, ਪਰ ਸੰਦੂਕ ਖੁਲਵਾਉਣੇ ਦੇ ਇਰਾਦੇ ਤੋਂ ਬੜੀ ਨੂੰਹ ਨੇ ਆਪਣੇ ਪਤੀ ਨੂੰ ਕਹਿ ਕੇ ਆਪਣੇ ਦੇਵਰ ਦੇਵਰਾਣੀ ਅਤੇ ਆਪਣੀ ਨਣਦ ਸੀਮਾ ਨੂੰ ਵੀ ਬੁਲਾਵਾ ਭੇਜ ਦਿੱਤਾ। ਸ਼ਾਮ ਤੱਕ ਸਭ ਇਕੱਠੇ ਹੋ ਗਏ ਅਤੇ ਅੰਮਾ ਦੇ ਕਮਰੇ ਵਿੱਚ ਪਹੁੰਚ ਗਏ। ਅੰਮਾ ਜੀ ਇਹ ਸਭ ਦੇਖ ਕੇ ਹੈਰਾਨ ਸੀ ਕਿ ਅੱਜ ਤੱਕ ਉਹਨਾਂ ਦੇ ਕਮਰੇ ਵਿੱਚ ਕਿਸੇ ਨੇ ਕਦਮ ਤੱਕ ਨਹੀਂ ਰੱਖਿਆ ਸੀ। ਅੱਜ ਅਚਾਨਕ ਐਸਾ ਕਿਆ ਹੋ ਗਿਆ ਕਿ ਸਭ ਇਕੱਠੇ ਹੋ ਕੇ ਉਹਨਾਂ ਦੇ ਕੋਲ ਆ ਖੜੇ ਹੋਏ। ਹੁਣੇ ਉਹ ਇੰਨੀ ਵੀ ਬਿਮਾਰ ਨਹੀਂ ਹੋਈ ਸੀ ਕਿ ਪ੍ਰਾਣ ਹੀ ਤਿਆਗਣੇ ਵਾਲੀ ਹੋ। ਹੁਣੇ ਅੰਮਾ ਹੈਰਾਨੀ ਨਾਲ ਸੋਚ ਵਿਚਾਰ ਕਰ ਰਹੀ ਸੀ ਕਿ ਵੱਡੇ ਪੁੱਤ ਨੇ ਅੰਮਾ ਦੀ ਵਿਚਾਰ ਸ਼ੁਕਲਤਾ ਨੂੰ ਭੰਗ ਕਰਦੇ ਹੋਏ ਕਿਹਾ, ਅੰਮਾ ਅੱਜ ਤੁਹਾਡਾ ਸੰਦੂਕ ਖੋਲ੍ਹਣਾ ਹੈ। ਅਸੀਂ ਵੀ ਤਾਂ ਜਾਣੀਏ ਆਖਿਰ ਇਸ ਸੰਦੂਕ ਵਿੱਚ ਹੈ ਕਿਆ? ਸੰਦੂਕ ਦਾ ਨਾਮ ਸੁਣ ਕੇ ਅੰਮਾ ਕੁਝ ਹੈਰਾਨ ਜਿਹੀ ਹੋ ਗਈ ਅਤੇ ਸਕਪਕਾਉਂਦੇ ਹੋਏ ਬੋਲੀ, ਨਹੀਂ, ਇਸ ਨੂੰ ਨਹੀਂ ਖੋਲ੍ਹਣ ਦੇਵਾਂਗੀ ਮੈਂ। ਤੁਸੀਂ ਨਹੀਂ ਦੇਖ ਸਕਦੇ ਕਿ ਇਸ ਵਿੱਚ ਕਿਆ ਹੈ? ਜ਼ਰਾ ਖੋਲ੍ਹ ਕੇ ਤਾਂ ਦਿਖਾਓ ਤਾਂ ਅੰਮਾ। ਇਹ ਸਭ ਲੋਕ ਕਹਿ ਰਹੇ ਹਨ ਕਿ ਤੁਸੀਂ ਮੇਰੇ ਲਈ ਇਸ ਵਿੱਚ ਗਹਿਣੇ ਅਤੇ ਪੈਸੇ ਲੁਕਾ ਕੇ ਰੱਖੇ ਹਨ। ਸਾਬਿਤ ਕਰ ਦਿਓ ਕਿ ਇਹ ਸਭ ਝੂਠ ਬੋਲ ਰਹੇ ਹਨ। ਕਹਿੰਦੇ ਬੇਟੀ ਸੀਮਾ ਫੁੱਟ ਕੇ ਰੋ ਪਈ। ਆਪਣੀ ਬੇਟੀ ਦੀ ਐਸੀ ਹਾਲਤ ਦੇਖ ਕੇ ਅੰਮਾ ਨੇ ਹੋਰ ਜਿੱਦ ਨਹੀਂ ਕੀਤੀ। ਆਪਣੀ ਚਾਰਪਾਈ ਤੋਂ ਉੱਠ ਕੇ ਸੰਦੂਕ ਦਾ ਤਾਲਾ ਖੋਲ੍ਹਣ ਲੱਗੀ।
ਦੇਖਣਾ ਚਾਹੁੰਦੇ ਹੋ ਮੇਰੇ ਸੰਦੂਕ ਵਿੱਚ ਕਿਆ ਹੈ? ਤਾਂ ਲਓ ਦੇਖੋ। ਕਹਿੰਦੇ ਹੋਏ ਅੰਮਾ ਨੇ ਸੰਦੂਕ ਦਾ ਢੱਕਣ ਜਿਵੇਂ ਹੀ ਚੁੱਕਿਆ ਤਾਂ ਚਾਰੋਂ ਪੁੱਤ ਨੂੰ ਹੈਰਾਨ ਰਹਿ ਗਏ। ਉਹਨਾਂ ਦੀ ਐਸੀ ਹਾਲਤ ਹੋ ਗਈ ਮੰਨੋ ਸੱਪ ਸੁੰਘ ਗਿਆ ਹੋ। ਰੋਟੀਆਂ, ਅੰਮਾ ਤੁਸੀਂ ਇਹ ਰੋਟੀਆਂ ਸੰਦੂਕ ਵਿੱਚ ਰੱਖੀ ਹਨ? ਵੱਡਾ ਪੁੱਤ ਹੈਰਾਨ ਹੋ ਕੇ ਬੋਲਿਆ, ਹਾਂ ਪੁੱਤ, ਇਸ ਲਈ ਇਹ ਸੰਦੂਕ ਮੈਨੂੰ ਜਾਨ ਤੋਂ ਵੀ ਪਿਆਰਾ ਹੈ। ਪਰ ਮਾਂ, ਇਹ ਤਾਂ ਕੇਵਲ ਸੁੱਕੀ ਰੋਟੀਆਂ ਹਨ। ਤੁਸੀਂ ਇਹਨਾਂ ਨੂੰ ਖਜ਼ਾਨੇ ਦੀ ਤਰ੍ਹਾਂ ਸੰਦੂਕ ਵਿੱਚ ਕਿਉਂ ਲੁਕਾ ਕੇ ਰੱਖਿਆ ਹੋਇਆ ਹੈ? ਬੇਟੀ, ਹਰ ਹਫ਼ਤੇ ਐਤਵਾਰ ਦੇ ਦਿਨ ਇਹ ਸਭ ਲੋਕ ਖਾਣਾ ਖਾਣੇ ਦੇ ਲਈ ਬਾਹਰ ਜਾਂਦੇ ਹਨ ਅਤੇ ਉਸ ਦਿਨ ਘਰ ਵਿੱਚ ਰੋਟੀ ਨਹੀਂ ਬਣਦੀ। ਉਸ ਦਿਨ ਦੇ ਲਈ ਹੀ ਮੈਂ ਇਹਨਾਂ ਰੋਟੀਆਂ ਨੂੰ ਬਚਾ ਕੇ ਰੱਖਦੀ ਹਾਂ। ਕਹਿੰਦੇ ਕਹਿੰਦੇ ਅੰਮਾ ਦੀ ਆਵਾਜ਼ ਭਾਰੀ ਅਤੇ ਅੱਖਾਂ ਹੰਝੂਆਂ ਨਾਲ ਭਰ ਆਈ। ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਬੇਟੀ ਹੈਰਾਨ ਰਹਿ ਗਈ। ਫਿਰ ਆਪਣੇ ਦੁੱਖ ਅਤੇ ਪੀੜਾ ਪਰ ਕਾਬੂ ਕਰਦੇ ਹੋਏ ਉਸਨੇ ਜਿਵੇਂ ਤਿਵੇਂ ਖੁਦ ਨੂੰ ਸੰਭਾਲਿਆ ਅਤੇ ਫਿਰ ਇੱਕ ਰੋਟੀ ਨੂੰ ਹੱਥ ਵਿੱਚ ਲੈਂਦੇ ਹੋਏ ਮਾਂ ਤੋਂ ਪੁੱਛਣ ਲੱਗੀ, ਪਰ ਮਾਂ, ਇਹ ਰੋਟੀਆਂ ਤਾਂ ਸੁੱਕੀ ਹਨ, ਤੁਸੀਂ ਇਹਨਾਂ ਨੂੰ ਖਾ ਕਿਵੇਂ ਪਾਉਂਦੀ ਹੋ? ਬੇਟੀ, ਇਹ ਮਜਬੂਰੀ ਸਭ ਕੁਝ ਕਰਾ ਦਿੰਦੀ ਹੈ। ਜਦ ਪੇਟ ਭੁੱਖਾ ਹੁੰਦਾ ਹੈ ਤਾਂ ਤਰੀਕੇ ਵੀ ਆਪਣੇ ਆਪ ਨਿਕਲ ਆਉਂਦੇ ਹਨ। ਮੈਂ ਇਹਨਾਂ ਰੋਟੀਆਂ ਨੂੰ ਕੁਝ ਦੇਰ ਲਈ ਪਾਣੀ ਵਿੱਚ ਭਿਗੋ ਕੇ ਰੱਖ ਦਿੰਦੀ ਹਾਂ। ਜਦ ਇਹ ਥੋੜ੍ਹੀ ਨਰਮ ਹੋ ਜਾਂਦੀ ਹਨ ਤਾਂ ਚਬਾਣੇ ਲਾਇਕ ਹੋ ਜਾਂਦੀ ਹਨ। ਇਹਨਾਂ ਨੂੰ ਖਾ ਕੇ ਆਪਣਾ ਪੇਟ ਜਿਵੇਂ ਤਿਵੇਂ ਭਰ ਲੈਂਦੀ ਹਾਂ। ਆਪਣੀ ਮਾਂ ਦੀ ਬੇਬਸੀ ਅਤੇ ਲਾਚਾਰੀ ਦੇਖ ਕੇ ਸੀਮਾ ਉਹਨਾਂ ਦੇ ਗਲੇ ਲੱਗ ਕੇ ਫੁੱਟ-ਫੁੱਟ ਕੇ ਰੋ ਪਈ। ਕੋਲ ਖੜ੍ਹੇ ਪੁੱਤ ਅਤੇ ਨੂੰਹਾਂ ਵੀ ਇਹ ਦ੍ਰਿਸ਼ ਦੇਖ ਕੇ ਜ਼ਮੀਨ ਵਿੱਚ ਗੜੇ ਜਾ ਰਹੇ ਸੀ। ਵਿਕਾਸ ਅਤੇ ਸੁਨੀਲ ਦੋਵੇਂ ਪੁੱਤ ਅੰਮਾ ਦੀ ਇਹ ਹਾਲਤ ਦੇਖ ਕੇ ਅੰਮਾ ਦੇ ਪੈਰਾਂ ਵਿੱਚ ਗਿਰ ਕੇ ਮਾਫ਼ੀ ਮੰਗਣ ਲੱਗੇ ਤਾਂ ਦੋਵੇਂ ਨੂੰਹਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਹੁਣ ਦੋਵੇਂ ਪੁੱਤਾਂ ਨੇ ਇਹ ਫੈਸਲਾ ਕੀਤਾ ਕਿ ਅੰਮਾ ਜਿਸ ਘਰ ਵਿੱਚ ਰਹਿਣਾ ਚਾਹੇ ਉੱਥੇ ਰਹੇਗੀ ਅਤੇ ਅੰਮਾ ਦੇ ਲਈ ਕੋਈ ਅਲੱਗ ਤੋਂ ਕੋਠੜੀ ਨਹੀਂ ਦਿੱਤੀ ਜਾਵੇਗੀ। ਹੁਣ ਅੰਮਾ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਰਹੇਗੀ। ਸਟੋਰੀ ਕਿਵੇਂ ਲੱਗੀ ਜੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।